ਪੱਛਮੀ ਆਸਟ੍ਰੇਲੀਆ ਦੇ ਪਟਨਾਮਾਟੀ ਵਿੱਚ ਮੈਂ ਕੰਚਨ ਤੁਹਾਡਾ ਸਵਾਗਤ ਕਰਦੀ ਹਾਂ। ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ। ਚੀਨ ਭਾਰਤ ਨਾਲ ਪੂਰਬੀ ਲੱਦਾਖ 'ਚ ਟਕਰਾਅ ਨੂੰ ਸੁਲਝਾਉਣ ਦੀ ਦਿਸ਼ਾ 'ਚ ਵਚਨਬੱਧਤਾ ਦਿਖਾਏ ਆਸਟ੍ਰੇਲੀਆ। ਆਸਟ੍ਰੇਲੀਆ ਦੀਆਂ ਸੰਸਦੀ ਚੋਣਾਂ ਦੇ ਅੰਤਿਮ ਨਤੀਜੇ ਐਲਾਨੇ ਗਏ। ਆਸਟ੍ਰੇਲੀਆ ਨੂੰ ਮਿਜ਼ਾਈਲਾਂ ਦੇਵੇਗਾ ਅਮਰੀਕਾ, ਵਿਕਰੀ ਨੂੰ ਦਿੱਤੀ ਮਨਜ਼ੂਰੀ। ਗ੍ਰੀਨਜ਼ ਨੇਤਾ ਦੁਆਰਾ ਆਸਟ੍ਰੇਲੀਆਈ ਝੰਡੇ ਦੇ ਸਾਹਮਣੇ ਖੜੇ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਐਂਥਨੀ ਅਲਬਾਨੀਜ਼ ਨੇ ਐਡਮ ਬੈਂਡਟ ਨੂੰ ਆਪਣੀ ਸਥਿਤੀ ਤੇ ਮੁੜ ਵਿਚਾਰ ਕਰਨ ਲਈ ਕਿਹਾ। 1970 ਵਿੱਚ ਗੁਨਾਹ ਕਰਨ ਖਾਤਰ ਤੈਰਾਕੀ ਓਲੰਪਿਕ ਕੋਚ ਗ੍ਰਿਫਤਾਰ। ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਸਪਲਾਈ ਦੀਆਂ ਸਥਿਤੀਆਂ ਤੇ ਸਪਸ਼ਟ ਸੁਧਾਰ ਤੋਂ ਬਾਅਦ ਬਿਜਲੀ ਦੀ ਮਾਰਕੀਟ ਮੁਅੱਤਲੀ ਨੂੰ ਚੁੱਕਣ ਲਈ ਮਨਜ਼ੂਰ ਕੀਤਾ ਗਿਆ। ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਸਪਲਾਈ ਦੀਆਂ ਸਥਿਤੀਆਂ ਤੇ ਸਪਸ਼ਟ ਸੁਧਾਰ ਤੋਂ ਬਾਅਦ ਬਿਜਲੀ ਦੀ ਮਾਰਕੀਟ ਮੁਅੱਤਲੀ ਨੂੰ ਚੁੱਕਣ ਲਈ ਮਜਬੂਰ ਕੀਤਾ ਗਿਆ। ਹਵਾਈ ਅੱਡੇ ਤੇ ਹਫੜਾ ਤਫਰੀ ਦਰਮਿਆਨ ਬਰਖਾਸਤ ਕੰਟਾ ਸਮਾਨ ਹੋਲਡਰਾਂ ਨੇ ਕੱਢੀ ਭੜਾਸ। ਸਰਕਾਰੀ ਤੇ ਕੈਥੋਲਿਕ ਸਕੂਲਾਂ ਦੇ ਅਧਿਆਪਕ ਕਰਨਗੇ ਬੇਮਿਸਾਲ ਹੜਤਾਲ। ਹੁਣ ਖਬਰਾਂ ਵਿਸਤਾਰ ਨਾਲ। ਉਹਨਾਂ ਨੇ ਅਸਿੱਧੇ ਤੌਰ ਤੇ ਪੂਰਬੀ ਲੱਦਾਖ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਨਿਯਮ ਆਧਾਰਿਤ ਵਿਵਸਥਾ ਹਰ ਥਾਂ ਮਾਇਨੇ ਰੱਖਦੀ ਹੈ, ਜਿਸ 'ਚ ਦੁਨੀਆ ਦਾ ਸਭ ਤੋਂ ਉੱਚਾ ਸਥਾਨ ਵੀ ਸ਼ਾਮਿਲ ਹੈ। ਗਲਵਾਨ ਘਾਟੀ 'ਚ ਹੋਏ ਸੰਘਰਸ਼ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ 2020 'ਚ ਅਸਲ ਕੰਟਰੋਲ ਰੇਖਾ ਤੇ ਭਾਰਤੀ ਬਲਾਂ ਤੇ ਹੋਇਆ ਹਮਲਾ ਇੱਕ ਚੇਤਾਵਨੀ ਜਿਸ ਨੂੰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਉਹਨਾਂ ਨੇ ਅਸਿੱਧੇ ਤੌਰ ਤੇ ਪੂਰਬੀ ਲੱਦਾਖ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਨਿਯਮ ਆਧਾਰਿਤ ਵਿਵਸਥਾ ਹਰ ਥਾਂ ਮਾਇਨੇ ਰੱਖਦੀ ਹੈ, ਜਿਸ 'ਚ ਦੁਨੀਆ ਦਾ ਸਭ ਤੋਂ ਉੱਚਾ ਸਥਾਨ ਵੀ ਸ਼ਾਮਿਲ ਹੈ। ਗਲਵਾਨ ਘਾਟੀ 'ਚ ਹੋਏ ਸੰਘਰਸ਼ ਦਾ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ 2020 'ਚ ਅਸਲ ਕੰਟਰੋਲ ਰੇਖਾ ਤੇ ਭਾਰਤੀ ਬਲਾਂ ਤੇ ਹੋਇਆ ਹਮਲਾ ਇੱਕ ਚੇਤਾਵਨੀ ਸੀ, ਜਿਸ ਨੂੰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਆਸਟ੍ਰੇਲੀਆ ਭਾਰਤ ਦੀ ਪ੍ਰਭੂਸੱਤਾ ਲਈ ਖੜਾ ਰਿਹਾ ਅਤੇ ਹੁਣ ਵੀ ਉਸ ਦੇ ਨਾਲ ਹੈ। ਉਹਨਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਚੀਨ ਅੰਤਰਰਾਸ਼ਟਰੀ ਕਾਨੂੰਨ ਤਹਿਤ ਗੱਲਬਾਤ ਦੀ ਪ੍ਰਕਿਰਿਆ ਨਾਲ ਵਿਵਾਦ ਦਾ ਹੱਲ ਕੱਢਣ ਲਈ ਵਚਨਬੱਧਤਾ ਜਤਾਏ। ਗਲੋਬਲ ਨਿਯਮ ਆਧਾਰਿਤ ਵਿਵਸਥਾ ਹਰ ਥਾਂ ਮਾਇਨੇ ਰੱਖਦੀ ਹੈ, ਚਾਹੇ ਉਹ ਦੁਨੀਆ ਦੀ ਸਭ ਤੋਂ ਉੱਚੀ ਥਾਂ ਕਿਉਂ ਨਾ ਹੋਵੇ। ਆਸਟ੍ਰੇਲੀਆ ਦੀਆਂ 21 ਮਈ ਨੂੰ ਹੋਈਆਂ ਸੰਸਦੀ ਚੋਣਾਂ ਦੇ ਅੰਤਿਮ ਨਤੀਜੇ ਬੁੱਧਵਾਰ ਨੂੰ ਐਲਾਨੇ ਗਏ। ਕੇਂਦਰੀ ਖੱਬੇ ਪੱਖੀ ਲੇਬਰ ਪਾਰਟੀ ਨੇ ਸੰਸਦੀ ਚੋਣ ਜਿੱਤੀ, ਜਿਸ ਤੋਂ ਬਾਅਦ ਐਂਥਨੀ ਅਲਬਾਨੀਜ਼ ਦੇਸ਼ ਦੇ ਪ੍ਰਧਾਨ ਮੰਤਰੀ ਬਣੇ। ਆਸਟ੍ਰੇਲੀਆਈ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਵਿਕਟੋਰੀਆ ਰਾਜ ਦੀ ਕੂਪਰ ਸੀਟ ਲਈ ਨਤੀਜਿਆਂ ਦਾ ਐਲਾਨ ਕੀਤਾ, ਜਿਸ ਨੂੰ ਲੇਬਰ ਨੇ ਜਿੱਤਿਆ, ਜਦੋਂ ਕਿ ਵਿਰੋਧੀ ਕੰਜ਼ਰਵੇਟਿਵ ਲਿਬਰਲ ਪਾਰਟੀ ਨੇ ਓਕੋਨਰ ਸੀਟ ਤੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ 151 ਮੈਂਬਰੀ ਪ੍ਰਤੀਨਿਧ ਸਦਨ ਵਿੱਚ ਸੱਤਾਧਾਰੀ ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਦੀ ਗਿਣਤੀ ਵੱਧ ਕੇ 77 ਹੋ ਗਈ ਹੈ ਅਤੇ ਇਸ ਕੋਲ ਮਾਮੂਲੀ ਬਹੁਮਤ ਹੈ। ਲੇਬਰ ਪਾਰਟੀ ਨੂੰ ਪ੍ਰਤੀਨਿਧ ਸਦਨ 'ਚ ਬਿੱਲ ਪਾਸ ਕਰਾਉਣ ਲਈ ਵਿਰੋਧੀ ਪਾਰਟੀਆਂ ਜਾਂ ਆਜ਼ਾਦ ਉਮੀਦਵਾਰਾਂ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ, ਪਰ ਉਸ ਕੋਲ ਉੱਪਰਲੇ ਸਦਨ ਮਤਲਬ ਸੈਨੇਟ 'ਚ 76 ਚੋਂ ਸਿਰਫ 26 ਸੀਟਾਂ ਨੇ, ਜਿੱਥੇ ਉਸ ਨੂੰ ਬਿੱਲ ਖਾਸ ਕਰਵਾਉਣ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। US डिफेंस सिक्योरिटी कॉर्पोरेशन एजेंसी ने घोषणा की कि अमेरिका ने $94 मिलियन की रकम विच आस्ट्रेलिया द्वारा बेनती की सीमा मिसाइल की संभावित विक्री नूं मंजूरी दी है। DSCA ने एक प्रेस रिलीज विच दस्सिया कि स्टेट डिपार्टमेंट ने $94 मिलियन की अंदाजन लागत नाल AGM-88E2 AARGM-E2 मिसाइलां अते संबंधित उपकरणों की आस्ट्रेलिया सरकार ਨੂੰ ਇੱਕ ਸੰਭਾਵਿਤ ਵਿਦੇਸ਼ੀ ਮਿਲਟਰੀ ਵਿਕਰੀ ਨੂੰ ਮਨਜ਼ੂਰੀ ਦੇਣ ਦਾ ਫੈਸਲਾ ਕੀਤਾ ਹੈ। ਰੱਖਿਆ ਸੁਰੱਖਿਆ ਸਹਿਯੋਗ ਏਜੰਸੀ ਨੇ ਅੱਜ ਇਸ ਸੰਭਾਵੀ ਵਿਕਰੀ ਬਾਰੇ ਕਾਂਗਰਸ ਨੂੰ ਸੂਚਿਤ ਕਰਨ ਲਈ ਲੋੜੀਂਦਾ ਪ੍ਰਮਾਣੀਕਰਨ ਪ੍ਰਦਾਨ ਕੀਤਾ। ਇਸ ਵਿਕਰੀ ਵਿੱਚ 15 AGM-88E2 ਐਡਵਾਂਸਡ ਐਂਟੀ ਰੇਡੀਏਸ਼ਨ गाइडेड मिसाइल। इस विक्री विच 15 AGM-88E2 एडवांस्ड एंटी रेडिएशन गाइडेड मिसाइल गाइडेड सेक्शन
AARGM ਕੰਟਰੋਲ ਸੈਕਸ਼ਨ ਹਾਈ ਸਪੀਡ ਐਂਟੀ ਰੇਡੀਏਸ਼ਨ ਮਿਜ਼ਾਈਲਾਂ ਰੌਕਟ ਮੋਟਰਾਂ ਹਾਰਮ ਵਾਰਹੈਡ ਅਤੇ ਹਾਰਮ ਕੰਟਰੋਲ ਸੈਕਸ਼ਨ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਐਡਮ ਬੈਂਡੇਟ ਸੁਲਹ ਸਫਾਈ ਨੂੰ ਕਮਜ਼ੋਰ ਕਰ ਰਿਹਾ ਹੈ ਅਤੇ ਗ੍ਰੀਨਜ਼ ਨੇਤਾ ਪ੍ਰਤੀ ਪ੍ਰਤੀਕਿਰਿਆ ਦੇ ਵਿਚਕਾਰ ਦੇਸ਼ ਨੂੰ ਵੰਡ ਰਿਹਾ ਹੈ, ਜਿਸ ਨੇ ਆਸਟ੍ਰੇਲੀਆਈ ਝੰਡੇ ਦੇ ਸਾਹਮਣੇ ਖੜੇ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਸੋਮਵਾਰ ਨੂੰ ਸਿਡਨੀ ਦੇ ਰਾਸ਼ਟਰਮੰਡਲ ਸੰਸਦੀ ਦਫ਼ਤਰਾਂ ਵਿੱਚ ਇੱਕ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਕ ਪੱਤਰਕਾਰ ਨੇ ਮਿਸਟਰ ਬੈਂਡੇਟ ਦੇ ਇੱਕ ਕਰਮਚਾਰੀ ਨੂੰ ਆਸਟ੍ਰੇਲੀਅਨ ਝੰਡੇ ਨੂੰ ਕਮਰੇ ਦੇ ਇੱਕ ਪਾਸੇ ਲਿਆਂਦੇ ਦੇਖਿਆ। ਐਬੋਰੀਜਨਲ ਅਤੇ ਟੋਰੇਸ ਸਟ੍ਰੇਟ ਆਈਲੈਂਡ ਨੂੰ ਲੈਕਟਰਨ ਦੇ ਪਿੱਛੇ ਛੱਡ ਦਿੱਤਾ। ਗ੍ਰੀਨਜ਼ ਨੇਤਾ ਨੇ ਕਿਹਾ ਕਿ ਆਸਟ੍ਰੇਲੀਆਈ ਝੰਡੇ ਨੂੰ ਕੈਮਰੇ ਦੇ ਸ਼ਾਟ ਤੋਂ ਬਾਅਦ ਕੱਢਿਆ ਗਿਆ ਸੀ ਕਿਉਂਕਿ ਲੰਬੇ ਦਰਦ ਦੇ ਕਾਰਨ ਇਹ ਸਵਦੇਸ਼ੀ ਲੋਕਾਂ ਲਈ ਦਰਸਾਉਂਦਾ ਹੈ ਅਤੇ ਦਲੀਲ ਦਿੱਤੀ ਕਿ ਆਸਟ੍ਰੇਲੀਆ ਨੂੰ ਨਸਲਵਾਦ ਤੇ ਬਹੁਤ ਸਾਰਾ ਕੰਮ ਕਰਨਾ ਸੀ। ਮਿਸਟਰ ਅਲਬਾਨੀਜ਼ ਨੂੰ ਬੁੱਧਵਾਰ ਸਵੇਰੇ ਹੋਬਰਟ ਦੇ ਦੌਰੇ ਦੌਰਾਨ ਮਿਸਟਰ ਬੈਂਡੇਟ ਦੇ ਰੁਖ ਬਾਰੇ ਉਸਦੇ ਵਿਚਾਰਾਂ ਬਾਰੇ ਇੱਕ ਰਿਪੋਰਟਰ ਦੁਆਰਾ ਪੁੱਛਗਿੱਛ ਕੀਤੀ ਗਈ ਸੀ, ਜਿੱਥੇ ਉਸਨੇ ਸੋਸ਼ਲ ਹਾਊਸਿੰਗ ਬਾਰੇ ਗੱਲਬਾਤ ਕੀਤੀ ਸੀ। ਅਲਬਾਨੀਜ਼ ਨੇ ਘੋਸ਼ਣਾ ਕੀਤੀ ਕਿ ਉਹ ਆਸਟ੍ਰੇਲੀਆਈ ਝੰਡੇ ਦੇ ਸਾਹਮਣੇ ਖੜੇ ਹੋਣ ਤੇ ਹਮੇਸ਼ਾ ਬਹੁਤ ਮਾਣ ਮਹਿਸੂਸ ਕਰਦਾ ਹੈ ਅਤੇ ਜ਼ੋਰ ਦੇ ਕੇ ਕਿਹਾ ਕਿ ਆਸਟ੍ਰੇਲੀਆਈ ਸੰਸਦ ਦੇ ਕਿਸੇ ਵੀ ਮੌਜੂਦਾ ਮੈਂਬਰ ਨੂੰ ਅਜਿਹਾ ਮਹਿਸੂਸ ਕਰਨਾ ਚਾਹੀਦਾ ਹੈ। ਉਸਨੇ ਕਿਹਾ ਕਿ ਉਹ ਗ੍ਰੀਨਜ਼ ਨੇਤਾ ਦੀਆਂ ਟਿੱਪਣੀਆਂ ਤੋਂ ਹੈਰਾਨ ਰਹਿ ਗਿਆ ਸੀ। ਪ੍ਰਧਾਨ ਮੰਤਰੀ ਨੇ ਪੱਤਰਕਾਰਾਂ ਨੂੰ ਕਿਹਾ, ਮੇਲ ਮਿਲਾਪ ਦਾ ਮਤਲਬ ਹੈ ਲੋਕਾਂ ਨੂੰ ਉਸ ਯਾਤਰਾ ਤੇ ਇਕੱਠਾ ਕਰਨਾ ਜੋ ਸਾਨੂੰ ਕਰਨ ਦੀ ਲੋੜ ਹੈ। ਮੰਨੇ ਪ੍ਰਮੰਨੇ ਓਲੰਪੀਅਨ ਕੋਚ ਡਿਕ ਕੇਨ, ਜੋ ਕਿ ਇਸ ਸਮੇਂ ਬਜ਼ੁਰਗ ਅਵਸਥਾ ਵਿੱਚ ਨੇ, ਨੂੰ ਪੁਲਿਸ ਨੇ 1970 ਦੌਰਾਨ ਜਦੋਂ ਉਹ ਤੈਰਾਕੀ ਦੇ ਕੋਚ ਸਨ, ਨੌਜਵਾਨ ਖਿਡਾਰਨਾਂ ਦੇ ਸਰੀਰਕ ਸ਼ੋਸ਼ਣ ਦੇ ਜੁਰਮ ਤਹਿਤ ਗ੍ਰਿਫਤਾਰ ਕਰ ਲਿਆ ਹੈ। ਬੀਤੇ ਸਾਲ ਜਨਵਰੀ ਵਿੱਚ ਨਿਊ ਸਾਊਥ ਪੁਲਿਸ ਨੂੰ ਇੱਕ ਮਹਿਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਹ ਉਕਤ ਕੋਚ ਨੇ 1970 ਦੌਰਾਨ ਬਹੁਤ ਸਾਰੀਆਂ ਮਾਸੂਮ ਤੈਰਾਕੀ ਦੀਆਂ ਖਿਡਾਰਨਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ, ਜੋ ਕਿ ਇਸ ਕੋਚ ਅਧੀਨ ਹੀ ਤੈਰਾਕੀ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ ਸਨ। ਪੁਲਿਸ ਨੇ ਇੱਕ ਖਾਸ ਟੀਮ ਦਾ ਗਠਨ ਕੀਤਾ ਅਤੇ ਸ਼ਿਕਾਇਤ ਦੀ ਪੜਤਾਲ ਕਰਨ ਤੇ ਪਾਇਆ ਕਿ ਇੱਕ ਹੋਰ ਮਹਿਲਾ ਵੀ ਅਜਿਹੀ ਹੀ ਹਰਕਤ ਦਾ ਉਸ ਸਮੇਂ ਸ਼ਿਕਾਰ ਹੋਈ ਸੀ, ਜੋ ਕਿ ਹੁਣ ਆਪਣੀ ਸ਼ਿਕਾਇਤ ਨਾਲ ਸਾਹਮਣੇ ਆਈ ਹੈ। ਕੇਨ, ਜੋ ਕਿ ਇਸ ਸਮੇਂ 76 ਸਾਲਾਂ ਦੇ ਹਨ ਅਤੇ ਉਹਨਾਂ ਨੂੰ ਪੁਲਿਸ ਨੇ ਉਹਨਾਂ ਦੇ ਕੈਂਡਲ ਪਾਰਕ ਵਾਲੇ ਘਰ ਚੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਬੈਂਕਸਟਾਊਨ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਹੈ। ਹੋਰ ਜਾਣਕਾਰੀ ਦਾ ਇੰਤਜ਼ਾਰ ਹੈ। ਪੂਰਬੀ ਤੱਟ ਊਰਜਾ ਬਾਜ਼ਾਰ ਦੀ ਮੁਅੱਤਲੀ ਇੱਕ ਹਫ਼ਤਾ ਪਹਿਲਾਂ ਘਾਟ ਤੋਂ ਬਾਅਦ ਥੋਕ ਬਿਜਲੀ ਸਪਲਾਈ ਦੀ ਵਾਪਸੀ ਵਿੱਚ ਅਧਿਕਾਰੀਆਂ ਦੇ ਭਰੋਸੇ ਨਾਲ ਹਟਾ ਦਿੱਤੀ ਜਾਵੇਗੀ। ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਨੂੰ ਬੁੱਧਵਾਰ ਨੂੰ ਪੂਰਬੀ ਤੱਟ ਦੇ ਨਾਲ 1998 ਵਿੱਚ ਇਸ ਦੀ ਸਿਰਜਣਾ ਤੋਂ ਬਾਅਦ ਪਹਿਲੀ ਵਾਰ ਸਪੌਟ ਮਾਰਕੀਟ ਨੂੰ ਮੁਅੱਤਲ ਕਰਨ ਲਈ ਮਜਬੂਰ ਕੀਤਾ ਗਿਆ ਸੀ, ਕਿਉਂਕਿ 4 ਰਾਜਾਂ ਦੇ ਅੰਦਰ ਉਪਨਗਰਾਂ ਅਤੇ ਇੱਕ ਖੇਤਰ ਬਲੈਕਆਊਟ ਵਿੱਚ ਡੁੱਬ ਜਾਵੇਗਾ। ਜਨਰੇਟਰਾਂ ਦੇ ਆਫਲਾਈਨ ਹੋਣ, ਸਰਦੀਆਂ ਦੇ ਕਾਰਨ ਵਰਤੋਂ ਵਿੱਚ ਵਾਧਾ ਅਤੇ ਯੂਕਰੇਨ ਵਿੱਚ ਯੁੱਧ ਵਰਗੇ ਅੰਤਰਰਾਸ਼ਟਰੀ ਦਬਾਅ ਸਮੇਤ ਕਈ ਕਾਰਨਾਂ ਕਰਕੇ ਸਪਲਾਈ ਵਿੱਚ ਕਮੀ ਦੇ ਕਾਰਨ ਕੰਪਨੀ ਨੂੰ ਸੰਚਾਲਨ ਕਰਨਾ ਅਸੰਭਵ ਸੀ। ਪਰ AEMO ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਇਹ ਹੌਲੀ-ਹੌਲੀ ਇੱਕ ਪੜਾਅ ਪਹੁੰਚ ਵਿੱਚ ਮੁਅੱਤਲੀ ਨੂੰ ਹਟਾ ਦੇਵੇਗਾ, ਕਿਉਂਕਿ ਗ੍ਰਿਡ ਵਿੱਚ ਕਾਫੀ ਬਿਜਲੀ ਭੰਡਾਰ ਹੈ। AEMO ਦੇ ਮੁੱਖ ਕਾਰਜਕਾਰੀ ਡੈਨੀਅਲ ਵੈਸਟਰਮੈਨ ਨੇ ਕਿਹਾ ਕਿ ਊਰਜਾ ਬਾਜ਼ਾਰ ਵੀਰਵਾਰ ਨੂੰ ਸਵੇਰੇ 4 ਵਜੇ ਤੋਂ ਕੀਮਤ ਨਿਰਧਾਰਿਤ ਕਰਨਾ ਸ਼ੁਰੂ ਕਰ ਦੇਵੇਗਾ, ਜਿੱਥੇ ਅਧਿਕਾਰੀ ਮਾਰਕੀਟ ਵਿੱਚ ਲਿਫਟ ਦੇ ਫੈਸਲੇ ਤੋਂ ਪਹਿਲਾਂ 24 ਘੰਟਿਆਂ ਲਈ ਇਸ ਦੀ ਨਿਗਰਾਨੀ ਕਰਨਗੇ, ਬਸ਼ਰਤੇ ਸਪਲਾਈ ਦੀ ਗਾਰੰਟੀ ਹੋਵੇ। ਇੱਕ ਪ੍ਰੈਸ ਕਾਨਫਰੰਸ ਦੌਰਾਨ ਵੈਸਟਰਮੈਨ ਨੇ ਪਿਛਲੇ ਹਫ਼ਤੇ ਇਸ ਸਮੇਂ ਤੋਂ 4000 ਮੈਗਾਵਾਟ ਉਤਪਾਦਨ ਆਊਟੇਜ ਤੋਂ ਵਾਪਸ ਆਉਣ ਵੱਲ ਇਸ਼ਾਰਾ ਕੀਤਾ। ਇਸ ਦਾ ਮਤਲਬ ਹੈ ਕਿ ਕਿਸੇ ਵੀ ਘਾਟ ਦਾ ਜੋਖਮ ਬਹੁਤ ਘਟ ਗਿਆ ਹੈ। ਕੰਟਾਸ ਵੱਲੋਂ ਬਰਖਾਸਤ ਕੀਤੇ ਕੁਝ ਸਮਾਨ ਹੈਂਡਲਰਜ਼ ਨੇ ਦਾਅਵਾ ਕੀਤਾ ਕਿ ਸਟਾਫ ਦੀ ਘਾਟ ਅਤੇ ਗ੍ਰਾਹਕਾਂ ਵੱਲੋਂ ਸਮਾਨ ਗੁੰਮ ਹੋਣ ਦੀਆਂ ਸ਼ਿਕਾਇਤਾਂ ਕੀਤੀ ਜਾਣ ਦੇ ਬਾਵਜੂਦ ਉਹਨਾਂ ਨੂੰ ਹਵਾਈ ਅੱਡੇ ਦੀਆਂ ਨਵੀਆਂ ਨੌਕਰੀਆਂ ਤੇ ਰੱਖਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਬਰਖਾਸਤ ਕੀਤੇ ਗਏ ਜ਼ਮੀਨੀ ਅਮਲੇ ਦੇ ਕਈ ਮੈਂਬਰਾਂ ਨੇ
ਕਿਹਾ ਕਿ ਮਹਾਮਾਰੀ ਦੌਰਾਨ 에ਅਰਲਾਈਨ ਵੱਲੋਂ ਲੇਬਰ ਹਾਇਰ ਕੰਪਨੀਆਂ ਨੂੰ ਆਪਣੀਆਂ ਨੌਕਰੀਆਂ ਆਊਟਸੋਰਸ ਕਰਨ ਦੇ ਸਮੇਂ ਤੋਂ ਉਹ ਜ਼ਿੰਦਗੀ ਬਸਰ ਕਰਨ ਲਈ ਸੰਘਰਸ਼ ਕਰ ਰਹੇ ਨੇ। ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸਰਵੇਖਣ ਮੁਤਾਬਿਕ 1100 ਸਮਾਨ ਹੈਂਡਲਸ, ਰੈਂਪ ਵਰਕਰਾਂ ਅਤੇ ਕੈਬਿਨ ਕਲੀਨਰਾਂ ਨੂੰ ਰੱਖਿਆ ਗਿਆ ਹੈ, ਜਦਕਿ ਯੂਨੀਅਨ ਦੀ ਕੰਟਾਸ ਨਾਲ ਲੰਬੀ ਕਾਨੂੰਨੀ ਲੜਾਈ ਚੱਲ ਰਹੀ ਹੈ। ਮੰਗਲਵਾਰ ਨੂੰ ਰਿਲੀਜ਼ ਕੀਤੇ ਸਰਵੇਖਣ ਮੁਤਾਬਿਕ ਲਗਭਗ ਅੱਧਾ ਆਊਟਸੋਰਸ ਸਟਾਫ ਬੇਰੋਜ਼ਗਾਰ ਹੈ ਜਾਂ ਅਸੁਰੱਖਿਅਤ ਕੰਮ ਵਿੱਚ ਨੇ। ਬਹੁਤ ਸਾਰੇ ਪਰਿਵਾਰ ਜਾਂ ਦੋਸਤਾਂ ਕੋਲ ਜਾ ਰਹੇ ਨੇ ਜਾਂ ਆਪਣਾ ਸੁਪਰ ਸ਼ਿਕਾਰ ਹੈ। ਬਰਖਾਸਤ ਕੀਤੇ 10 ਮੁਲਾਜ਼ਮਾਂ ਵਿੱਚੋਂ ਇੱਕ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦਕੁਸ਼ੀ ਕਰਨ ਬਾਰੇ ਸੋਚਿਆ ਹੈ ਅਤੇ ਨਿਕੰਮੇਪਣ ਦੀਆਂ ਭਾਵਨਾਵਾਂ ਦਾ ਅਨੁਭਵ ਕੀਤਾ ਹੈ। 에ਅਰਲਾਈਨ ਦੇ ਗ੍ਰਾਹਕਾਂ ਵੱਲੋਂ ਬੈਗ ਗੁੰਮ ਹੋਣ, ਉਡਾਨਾਂ ਰੱਦ ਹੋਣ ਅਤੇ ਹਵਾਈ ਅੱਡਿਆਂ ਤੇ ਲੰਮੀ ਦੇਰੀ ਕਾਰਨ ਵੱਡੇ ਪੱਧਰ ਤੇ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੁਧਾਰ ਦੀ ਮੰਗ ਨੂੰ ਲੈ ਕੇ NSW ਦੇ ਸਰਕਾਰੀ ਤੇ ਕੈਥੋਲਿਕ ਸਕੂਲਾਂ ਦੇ ਹਜ਼ਾਰਾਂ ਅਧਿਆਪਕ ਅਗਲੇ ਹਫਤੇ ਹੜਤਾਲ ਕਰਨਗੇ। ਇੰਡੀਪੈਂਡੈਂਟ ਐਜੂਕੇਸ਼ਨ ਯੂਨੀਅਨ ਅਤੇ NSW ਟੀਚਰਜ਼ ਫੈਡਰੇਸ਼ਨ ਇੱਕ ਮੀਟਿੰਗ ਵਿੱਚ 30 ਜੂਨ ਨੂੰ 20 ਸਾਲਾਂ ਤੋਂ ਵੀ ਜ਼ਿਆਦਾ ਸਮੇਂ ਪਿੱਛੋਂ ਉਹਨਾਂ ਦੇ ਪਹਿਲੇ ਸਾਂਝੇ ਜਾਇੰਟ ਐਕਸ਼ਨ ਲਈ ਸਰਬਸੰਮਤੀ ਨਾਲ ਸਹਿਮਤ ਹੋ ਗਏ। NSW ਅਤੇ ECT ਵਿੱਚ 2300 ਸਰਕਾਰੀ ਸਕੂਲਾਂ ਤੇ 560 ਕੈਥੋਲਿਕ ਸਕੂਲਾਂ ਦੇ 85,000 ਤੋਂ ਵੀ ਜ਼ਿਆਦਾ ਅਧਿਆਪਕਾਂ ਤੇ ਸਟਾਫ ਨੂੰ 24 ਘੰਟੇ ਦੇ ਬੇਮਿਸਾਲ ਹੜਤਾਲ ਵਿੱਚ ਹਿੱਸਾ ਲੈਣ ਦੀ ਹਦਾਇਤ ਕੀਤੀ ਜਾਵੇਗੀ। ਅਧਿਆਪਕ ਸਿਡਨੀ ਦੇ ਮੈਕਵੇਰੀ ਸੈਂਟ ਦੇ ਨਾਲ-ਨਾਲ ਸਮੁੱਚੇ NSW ਅਤੇ ACT ਦੀਆਂ ਰੀਜਨਲ ਥਾਵਾਂ ਤੇ ਵੀ ਰੈਲੀ ਕਰਨਗੇ। ਯੂਨੀਅਨਾਂ ਦਾ ਕਹਿਣਾ ਹੈ ਕਿ ਇਹ ਹੜਤਾਲ NSW ਸਰਕਾਰ ਤੇ ਕੈਥੋਲਿਕ ਮਾਲਕਾਂ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਸੰਕਟ ਨੂੰ ਹੱਲ ਕਰਨ ਵਿੱਚ ਨਾਕਾਮ ਰਹਿਣ ਦਾ ਨਤੀਜਾ ਹੈ। 6 ਮਹੀਨਿਆਂ ਵਿੱਚ ਸਰਕਾਰੀ ਖੇਤਰ ਦੇ ਅਧਿਆਪਕ ਤੀਸਰੀ ਵਾਰ ਅਤੇ ਕੈਥੋਲਿਕ ਅਧਿਆਪਕ ਦੂਸਰੀ ਵਾਰ ਇੰਡਸਟਰੀਅਲ ਐਕਸ਼ਨ ਵਿੱਚ ਤਨਖਾਹ ਤੇ ਕੰਮ ਦੇ ਹਾਲਾਤਾਂ ਨੂੰ ਲੈ ਕੇ ਹੜਤਾਲ ਵਿੱਚ ਹਿੱਸਾ ਲੈਣਗੇ। NSW ਟੀਚਰਜ਼ ਫੈਡਰੇਸ਼ਨ ਪ੍ਰਧਾਨ ਐਂਜੇਲੋ ਗੈਵਰੀਲੇਟੋਸ ਨੇ ਕਿਹਾ ਕਿ ਅਧਿਆਪਕਾਂ ਦੀ ਭਾਰੀ ਘਾਟ ਦਾ ਮਤਲਬ ਵਿਦਿਆਰਥੀ ਪਾਠ ਖੁੰਝਾ ਰਹੇ ਹਨ ਅਤੇ ਸਟਾਫ ਬੋਝ ਨਾਲ ਥੱਕ ਗਿਆ ਹੈ। ਅਧਿਆਪਕਾਂ ਦੀ ਘਾਟ ਦਾ ਸੰਕਟ 10 ਸਾਲ ਤੋਂ ਬਣਿਆ ਹੋਇਆ ਹੈ। ਹੁਣ ਦਿਓ ਮੈਨੂੰ ਇਜਾਜ਼ਤ, ਅਗਲੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਜਲਦ ਹੀ ਹਾਜ਼ਰ ਹੋਵਾਂਗੀ। ਧੰਨਵਾਦ।